ਜਦੋਂ ਹਰਿਆਣਾ ਦਾ ਨਾਂ ਲੈਂਦੇ ਆ ਤਾਂ ਹਰਿਆਣਾ ਦੇ ਵਿੱਚ 26 ਨਵੰਬਰ 2020 ਯਾਦ ਆਉਂਦਾ। ਕਿਸਾਨਾਂ ਦੇ ਉੱਪਰ ਪਾਣੀ ਦੀਆਂ ਪਈਆਂ ਵਿਛਾੜਾਂ ਯਾਦ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਇੱਕ ਤਾਜੀ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਆ ਜਦੋਂ ਕਿ ਕਿਸਾਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ। ਪਹਿਲਾਂ ਕਿਸਾਨੀ ਨੂੰ ਦੱਬਣ ਦੀਆਂ ਸਕੀਮਾਂ ਹੋਈਆਂ, ਹੁਣ ਸਟੂਡੈਂਟਾਂ ਨੂੰ ਵੀ ਦੱਬ ਰਹੇ ਨੇ ਕਿਤੇ ਨਾ ਕਿਤੇ ਜਾ ਕੇ ਸਰਕਾਰਾਂ। ਕਿਵੇਂ देखते हो? हर नागरिक को कमजोर करने के प्रयास है। जैसे अंग्रेज किया करते थे कि वो भारत के नागरिकों को कमजोर किया करते थे कि उनके सामने कोई खड़ा भी ना हो सके, और यही काम जो है आज भारतीय जनता पार्टी की सरकार कर रही है। अधिकारी कह रहे हैं भारतीय जनता पार्टी की सरकार के इशारे पर कि अगर लाठी भी मारनी है तो सिर पे मारनी है, सिर फोड़ने हैं। ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਬਿਆਨ ਆਉਂਦਾ ਕਿ ਅਸੀਂ ਮੰਨਦੇ ਹਾਂ ਐਸਡੀਐਮ ਦੇ ਜਿਹੜੇ ਸ਼ਬਦ ਸੀ ਉਹ ਗਲਤ ਸੀ ਪਰ ਸਖਤੀ ਕਰਨੀ ਜ਼ਰੂਰੀ ਸੀ। ਫਿਰ ਉਹਨਾਂ ਨੂੰ ਕੀ ਕਹੋਗੇ? ये अनलॉफुल है, आप ऐसे ऑर्डर्स दे ही नहीं सकते। ਹਰਿਆਣਾ ਦੇ ਮੁੱਖ ਮੰਤਰੀ ਤਾਂ ਇਹ ਵੀ ਅੱਜ ਕਹਿ ਕੇ ਗਏ ਨੇ ਕਿ ਕਾਂਗਰਸ ਕਰਵਾ ਰਹੀ ਹੈ ਸਾਰਾ ਕੁਝ, ਪੰਜਾਬ ਸਰਕਾਰ ਕਰਵਾ ਰਹੀ ਹੈ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈਗੀ। अब मान लो फिर तो वो कहेंगे हम जो यहाँ बैठे हैं ये भी कांग्रेस करा रही है। ये तो जन आंदोलन है, जनता की आवाज है, उसमें सब हैं, सभी पार्टियों के हैं। क्या किसान बीजेपी से नहीं है? क्या किसानों ने किसी और पार्टी को वोट नहीं पाई? सब तो डाली। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਇਸ ਵਕਤ ਜੇ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲਗਾਤਾਰ ਕਵਰੇਜ ਕਰਦਿਆਂ ਨੂੰ ਅੱਜ 17ਵਾਂ ਦਿਨ ਹੋ ਗਿਆ, ਪਰ BC ਆਪਣੇ ਅੜੀ ਵਾਲੇ ਵਰਤੀਰੇ ਤੇ ਅੜਿਆ ਹੋਇਆਗਾ, ਡੇਟ ਨਹੀਂ ਦੇ ਰਿਹਾ। ਸੋ ਗੱਲਬਾਤ ਕਰਦੇ ਹਾਂ। ਇੱਥੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਨੁਮਾਇੰਦੇ ਨੇ, MLA ਨੇ, ਉਹ ਪਹੁੰਚਦੇ ਨੇ। ਅੱਜ ਸਾਡੇ ਨਾਲ ਮੌਜੂਦ ਰਹਿਣਗੇ ਵਰੁਣ ਚੌਧਰੀ ਜਿਹੜੇ ਕਿ ਮਲਾਨ ਹਲਕੇ ਤੋਂ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਰਿਆਣਾ ਦੇ। ਜਦੋਂ ਹਰਿਆਣਾ ਦਾ ਨਾਂ ਲੈਂਦੇ ਆ ਤਾਂ ਹਰਿਆਣਾ ਦੇ ਵਿੱਚ 26 ਨਵੰਬਰ 2020 ਯਾਦ ਆਉਂਦਾ। ਕਿਸਾਨਾਂ ਦੇ ਉੱਪਰ ਪਾਣੀ ਦੀਆਂ ਪਈਆਂ ਵਿਛਾੜਾਂ ਯਾਦ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਇੱਕ ਤਾਜੀ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਆ ਜਦੋਂ ਕਿ ਕਿਸਾਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ। ਇੱਕ ਕਿਸਾਨ ਦੀ ਮੌਤ ਹੋ ਜਾਂਦੀ ਆ ਤੇ ਜੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਕੁਝ ਕਿਸਾਨਾਂ ਦੇ ਗੰਭੀਰ ਸੱਟਾਂ ਲੱਗਦੀਆਂ ਨੇ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਤੇ ਕੁਝ ਕਿਸਾਨ ਗ੍ਰਿਫਤਾਰ ਕਰ ਲਏ ਜਾਂਦੇ ਨੇ। ਗੱਲਬਾਤ ਕਰਦੇ ਹਾਂ ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ। ਆਖਰ ਹੈ ਕੀ? ਪਹਿਲਾਂ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ। ਜੇ ਗੱਲ ਸਟਾਰਟ ਕਰੀਏ ਤਾਂ ਯੂਨੀਵਰਸਿਟੀ ਨੂੰ ਦੱਬਣ ਦੀਆਂ ਸਕੀਮਾਂ ਹੋ ਰਹੀਆਂ ਨੇ। ਪਹਿਲਾਂ ਕਿਸਾਨੀ ਨੂੰ ਦੱਬਣ ਦੀਆਂ ਸਕੀਮਾਂ ਹੋਈਆਂ, ਹੁਣ ਸਟੂਡੈਂਟਾਂ ਨੂੰ ਵੀ ਦੱਬ ਰਹੇ ਨੇ ਕਿਤੇ ਨਾ ਕਿਤੇ ਜਾ ਕੇ ਸਰਕਾਰਾਂ। ਕਿਵੇਂ ਦੇਖਦੇ ਹੋ? देखिए, जहाँ तक मैं समझता हूँ आज हो क्या रहा है, हर नागरिक को कमज़ोर करने के प्रयास हैं। कि जैसे अंग्रेज़ किया करते थे कि वो भारत के नागरिकों को कमज़ोर किया करते थे कि उनके सामने कोई खड़ा भी ना हो सके, और यही काम जो है आज भारतीय जनता पार्टी की सरकार कर रही है। इसमें चाहे किसान हैं, चाहे हमारे युवा साथी हैं, चाहे हमारे कर्मचारी हैं, चाहे छोटा व्यापारी है, चाहे गरीब कमज़ोर वर्ग है, सबको और कमज़ोर किया जा रहा है, जो कि बहुत दुखद है। आज चाहे हम अपनी पंजाब यूनिवर्सिटी में बैठे हैं, 17वां दिन है, लेकिन कोई सुनवाई नहीं। पहली बार देखिए, अभी हमने 15 अगस्त 2021 को मनाया अपना स्वतंत्रता दिवस, और किन के माध्यम से मनाया? जिन्होंने लड़ाई लड़ी। 1857 से 1947 तो रिकॉर्डेड है, 90 साल का संघर्ष। वो क्यों किया गया था? सरकार तो अंग्रेज़ भी चलाया करते थे, काम अंग्रेज़ भी किया करते थे, उनमें कमी क्या थी जिसके कारण इतना लंबा संघर्ष करना पड़ा? कमी ये थी कि वो भारतीयों की सुनवाई नहीं किया करते थे, और वही कार्य जो है आज भारतीय जनता पार्टी की सरकार कर रही है कि वो भी भारतीयों की सुनवाई नहीं कर रही। कितना दिक्कत हुआ है अभी परसों ही कि अधिकारी कह रहे हैं भारतीय जनता पार्टी की सरकार के इशारे पर कि अगर लाठी भी मारनी है तो सिर पे मारनी है, सिर फोड़ने हैं। कितने, इससे बुरा क्या होगा? क्यों? लोकतंत्र में एक तंत्र को स्थापित करने के प्रयास भारतीय जनता पार्टी के द्वारा किए जा रहे हैं, जिसको हम नहीं होने देंगे। ਤੁਸੀਂ ਕਿਹਾ ਕਿ ਅਧਿਕਾਰੀ ਕਹਿ ਰਹੇ ਨੇ ਕਿ ਜੇ ਲਾਠੀ ਮਾਰਨੀਆਂ ਤਾਂ ਸਿਰ 'ਚ ਮਾਰਨੀਆਂ। ਅੱਜ ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਬਿਆਨ ਆਉਂਦਾ ਕਿ ਅਸੀਂ ਮੰਨਦੇ ਹਾਂ ਐਸਡੀਐਮ ਦੇ ਜਿਹੜੇ ਸ਼ਬਦ ਸੀ ਉਹ ਗਲਤ ਸੀ ਪਰ ਸਖਤੀ ਕਰਨੀ ਜ਼ਰੂਰੀ ਸੀ। ਫਿਰ ਉਹਨਾਂ ਨੂੰ ਕੀ ਕਹੋਗੇ? देखिए, ये सोच अच्छी नहीं है। एक जिम्मेदार अधिकारी ये कहें कि सिर पे लाठी मारनी है, मैं लिख के देता हूँ, ये अनलॉफुल है। आप ऐसे ऑर्डर्स दे ही नहीं सकते। तो दिया कैसे? और जब नहीं दे सकते तो उनके खिलाफ कार्रवाई हो, और उसके लिए हम लड़ाई लड़ेंगे।
उनके खिलाफ कार्रवाई होनी चाहिए। ਹਰਿਆਣਾ ਦੇ ਮੁੱਖ ਮੰਤਰੀ ਤਾਂ ਇਹ ਵੀ ਅੱਜ ਕਹਿ ਕੇ ਗਏ ਨੇ ਕਿ ਕਾਂਗਰਸ ਕਰਵਾ ਰਹੀ ਹੈ ਸਾਰਾ ਕੁਝ, ਪੰਜਾਬ ਸਰਕਾਰ ਕਰਵਾ ਰਹੀ ਹੈ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈਗੀ। ऐसा है जी कि ये जो किसानों की बात है ये तो पूरे देश में है। ये क्या सिर्फ हरियाणा तक सीमित है, ये क्या सिर्फ पंजाब तक सीमित है? ऐसा तो नहीं है। अब मान लो फिर तो वो कहेंगे हम जो यहाँ बैठे हैं ये भी कांग्रेस करा रही है। ये तो जन आंदोलन है, जनता की आवाज़ है, उसमें सब हैं, सभी पार्टियों के हैं। क्या किसान बीजेपी से नहीं है? क्या किसानों ने किसी और पार्टी को वोट नहीं पाई? सबको डाली। ਗੱਲ ਕਰੀਏ ਤਾਂ ਉਹਨਾਂ ਨੇ ਇੱਕ ਹੋਰ ਗੱਲ ਕਰੀ ਆ, ਕਹਿੰਦੇ ਕਿ ਜੇ ਕਿਸਾਨ ਕਾਂਗਰਸ ਦੇ ਨਾ ਹੁੰਦੇ, ਜੇ ਕਾਂਗਰਸ ਪਾਰਟੀ ਨਾ ਕਰਵਾਉਂਦੀ ਹੁੰਦੀ ਤਾਂ ਫਿਰ ਉਹ ਲੱਡੂਆਂ ਨਾਲ ਮੂੰਹ ਨਹੀਂ ਸੀ ਮਿੱਠਾ ਕਰਵਾ ਸਕਦੇ। ਜੇ ਇਦਾਂ ਦਾ ਕੁਝ ਹੁੰਦਾ ਤਾਂ ਪਿਛਲੇ ਦਿਨੀ ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਖੁਸ਼ੀ ਸਾਂਝੀ ਕਰੀ ਗਈ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤਾਂ ਕਰਕੇ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਤੁਹਾਡੀ ਪਾਰਟੀ ਤੇ ਕਾਂਗਰਸ ਤੇ। देखिए वो आज से नहीं इल्ज़ाम लगा रहे, वो तो 9 महीने से ज़्यादा अब हो गए हैं लगभग, तो तभी से इल्ज़ाम लगा रहे हैं। और वो इल्ज़ाम सिर्फ इसलिए लगा रहे हैं क्योंकि उनके पास कुछ कहने के लिए है नहीं। थोपे जा रहे हैं ये कृषि संबंधित कानून, ऑर्डिनेंस लेके आया गया। क्यों, क्या आवश्यकता थी, क्या जल्दी थी? कौन से किसान संगठन से पहले चर्चा हुई इन कानूनों को लाने के लिए? कुछ भी तो नहीं। सिर्फ एक बड़ी बड़ी कंपनियों को सहायता प्रदान करने के लिए, उनको मजबूत करने के लिए और हर देशवासी को कमज़ोर करने के लिए ये सब किया जा रहा है। आपके सामने है, कोरोना काल में लॉकडाउन भी हुआ, क्यों सब ठीक बच पाए? इसलिए बच पाए कि हर घर के अंदर दाने थे, जो हमारे बुजुर्गों ने सिखाया हुआ है कि जब सीज़न आता है तब हर घर जो है दाने इकट्ठे करके अपने घर में स्टोर करता है। अगर वही नहीं होंगे, वही आपको 1-1 किलो, आधा-आधा किलो के पैकेट में रिलायंस से, अंबानी से, अदानी से और कंपनियों से लेने पड़ेंगे तो कैसे काम चलेगा? सरकार ने कितने घरों के अंदर जो है वो अनाज पहुँचाया, तभी बच पाए क्योंकि हर घर में अनाज था, उनका अपना था। अब अगर वो ही नहीं रहेगा तो कैसे काम होगा, कैसे काम चलेगा? ਚੌਧਰੀ ਸਾਹਿਬ, ਹਰ ਕੋਈ ਕਹਿੰਦਾ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਕੁਛ ਦੇ ਦਿਆਂਗੇ, ਸਾਡੀ ਸਰਕਾਰ ਆਈ ਤਾਂ ਅਸੀਂ ਇੰਨਾ ਕੁਛ ਕਰ ਦਿਆਂਗੇ, ਪਰ ਤੁਹਾਡੀ ਸਰਕਾਰ ਜਦੋਂ ਆਉਂਦੀ ਆ ਤਾਂ ਤੁਸੀਂ ਕੀ ਕਰਿਆ ਵਿਦਿਆ ਦੇ ਲਈ? ऐसा है जी, देखिए मेरे अगर हरियाणा की बात करें, मैं पहली बार का विधायक हूँ एंड आई एम बेस्ट लेजिस्लेटर अवार्डी 2020-2021। मेरे पिताजी 4 बार विधायक रहे हैं, मंत्री भी रहे हैं, जिनके पास शिक्षा भी रहा। एजुसेट उस समय वो लेके आए थे, सैटेलाइट से एजुकेशन को जोड़ना। जो मॉडल स्कूल्स हैं, जैसे हमारे चंडीगढ़ में तो मॉडल स्कूल्स पहले से हैं, मैं 16 मॉडल से मैंने 10वीं करी है। हरियाणा में मॉडल स्कूल्स नहीं थे, उसकी स्थापना भी उनके समय में हुई। तो काफ़ी ऐसा नहीं है कि काम चल रहा है, जगह जगह स्कूल। आज दुख के साथ मुझे कहना पड़ रहा है कि हमारे प्राइमरी स्कूल इस सरकार के द्वारा बंद किए गए हैं सरकारी, कि जहां बच्चे कम हैं उन स्कूलों को बंद कर दिया जाए। क्यों भाई, चाहे कम हैं तो अगर उन स्कूल्स को आप बंद कर देंगे, प्राइमरी स्कूल्स को, वो बच्चे कहाँ जाएंगे? तो माता पिता तो उनको ले जाने और छोड़ने में ही रह जाएंगे, वो अपना काम कैसे करेंगे? तो ये सोच है, ये मानसिकता है, ये तो चाहते हैं कि कोई पढ़े ही ना। ਤੁਸੀਂ ਕਹਿ ਰਹੇ ਹੋ ਵੀ ਇਹ ਤਾਂ ਚਾਹਤੇ ਆ ਵੀ ਪੜ੍ਹੇ ਨਾ ਕੋਈ, ਇਹ ਤਾਂ ਮੈਨੂੰ ਲੱਗਦਾ ਹਰ ਕੀ ਸਰਕਾਰ ਹੀ ਚਾਹੁੰਦੀ ਹੈਗੀ। ਹਰ ਇੱਕ ਸਰਕਾਰ ਹੀ ਸਕੂਲਾਂ 'ਚ, ਕਾਲਜਾਂ 'ਚ ਇੱਕ ਪਾਰਟੀਬਾਜ਼ੀ ਖੜੀ ਕਰ ਰਹੀ ਆ। ਜੇ ਗੱਲ ਅਕਾਲੀ ਦਲ ਦੀ ਕਰੀਏ ਤਾਂ ਉਹਨਾਂ ਨੇ SOI ਬਣਾਤੀ, ਪੰਜਾਬ ਦੀ ਗੱਲ ਕਰਦੇ ਆ ਤਾਂ ਜੇ ਕਾਂਗਰਸ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ NSUI ਬਣਾਤੀ। ਕਿਤੇ ਨਾ ਕਿਤੇ ਜਾ ਕੇ ਨੌਜਵਾਨਾਂ ਨੂੰ ਦੋ ਧੜਿਆਂ ਦੇ ਵਿੱਚ ਨਹੀਂ ਵੰਡ ਰਹੀਆਂ ਪਾਰਟੀਆਂ, ਜੇ ਆਪਾਂ ਗੱਲ ਕਰਦੇ ਆ। देखिए 2 धड़े आप यहाँ कह रहे हैं कि बाकी स्टेट्स भी हैं, वहाँ पे और भी पार्टीज़ हैं, और यहाँ पर भी सिर्फ 2 तक सीमित तो हम नहीं हैं, और भी बहुत सारी पार्टीज़ हैं। और जहाँ जिसका मन लगता है, मन करता है, वो वहाँ वोट डालता है। और उसके बाद भी अगर चाहे कोई प्रधान NSUI से बन जाता है तो वो सिर्फ NSUI तक सीमित नहीं रहता, फिर वो पूरी यूनिवर्सिटी का प्रधान बनता है, ना कि NSUI। सबको ध्यान में रख कर फैसले लिए जाते हैं। ਗੱਲ ਕਰ ਦਿਆਂਗੇ ਆਜ਼ਾਦੀ ਤੋਂ ਬਾਅਦ ਲਗਾਤਾਰ ਕਾਂਗਰਸ ਨੇ ਮੇਰੇ ਹਿਸਾਬ ਨਾਲ 40 ਕੁ ਸਾਲ ਰਾਜ ਕਰਿਆ ਹੋਣਾਗਾ, ਤੇ ਹਾਲਾਤ ਉੱਥੇ ਹੀ ਰਹੇ ਨੇ। ਪੰਜਾਬ ਦੇ ਕੋਈ ਜ਼ਿਆਦਾ ਵਧੀਆ ਨਹੀਂ ਮੰਨ ਰਹੇ, ਪੰਜਾਬ ਦੇ ਕੀ ਪੂਰੇ ਦੇਸ਼ ਦੀ ਜ਼ਿਆਦਾ ਵਧੀਆ ਨਹੀਂ ਮੰਨ ਰਹੇ ਹਾਲਾਤ। ਜੇਕਰ ਕਾਂਗਰਸ ਨੇ ਕੰਮ ਕਰੇ ਹੁੰਦੇ ਉਸ ਤੋਂ ਬਾਅਦ, ਆਜ਼ਾਦੀ ਤੋਂ ਬਾਅਦ, ਤਾਂ ਅੱਜ ਸ਼ਾਇਦ ਸੜਕਾਂ ਦੇ ਨਾਲ ਰੁਲਣਾ ਪੈਂਦਾ ਨੌਜਵਾਨਾਂ ਨੂੰ। ਅੱਜ ਸ਼ਾਇਦ ਨੌਜਵਾਨਾਂ ਨੂੰ ਲਾਠੀਆਂ ਨਾ ਖਾਣੀਆਂ ਪੈਂਦੀਆਂ ਆਪਣੇ ਰੁਜ਼ਗਾਰ ਦੀ ਖਾਤਰ। ਹੁਣ ਕੀ ਕਰੋਗੇ, ਅੱਗੇ ਦੇ ਪਲਾਨ ਕੀ ਨੇ ਤੁਹਾਡੇ? देखिए अगर मैं अपने प्रदेश की बात करूं, मैंने सरकार को
एक सुझाव दिया था कि इंडस्ट्री को आप लेके आइए, इनवाइट कीजिए, क्योंकि इंडस्ट्री आएगी तो रोज़गार भी मिलेगा। क्योंकि आज कहीं ना कहीं इंडस्ट्री जो हमारे हरियाणा में लगी हुई थी वो भी छोड़ कर जा रही है, चाहे वो लॉ एंड ऑर्डर की वजह से, चाहे कहीं और वजह से। तो मैंने तो उनको ये भी सुझाव दिया था कि आप पूरे देश में सबसे सस्ती बिजली जो है वो हरियाणा में दीजिए इंडस्ट्री को, जिससे कि इंडस्ट्री आए और हमारे युवा साथियों को हर हाथ को काम मिले। लेकिन कहीं ना कहीं उस पर भी कोई कार्य नहीं हुआ। 2020 की नई इंडस्ट्रियल पॉलिसी हमारे यहाँ लागू की गई। मैंने पिछली वाली का भी पूछा, भी उसमें क्या हुआ, वो फेल साबित हुई। 2015 से 20 की जो हमारी इंडस्ट्रियल पॉलिसी थी हरियाणा की, और अब 2021 से नई इंडस्ट्रियल पॉलिसी लागू हुई है। लेकिन आज भी हम देख रहे हैं कि कुछ हो तो रहा नहीं, क्योंकि ज़मीन भी महंगी है, बिजली भी महंगी है। कोई क्यों आए यहाँ पे? आप जब तक उनको इनवाइट नहीं करेंगे, कोई इंसेंटिव नहीं देंगे, तो क्यों आएगा? तो ये बहुत बड़ी हमारी समस्या है, और जिसके लिए हम हर संभव प्रयास करेंगे। सरकार विपक्ष में होते हुए भी मैं तो सुझाव देता हूँ, पॉजिटिव सुझाव देता हूँ, जिससे कि फायदा हो देश को, प्रदेश को। ਚੌਧਰੀ ਸਾਹਿਬ, ਸੈਨੇਟ ਦੀਆਂ ਚੋਣਾਂ ਨੂੰ ਜੇ ਗੱਲ ਕਰੀਏ ਤਾਂ ਲੈ ਕੇ ਸੈਨੇਟ ਦੀਆਂ ਚੋਣਾਂ ਨੂੰ ਲਗਾਤਾਰ 17 ਦਿਨ ਹੋ ਗਿਆ ਸਟੂਡੈਂਟਾਂ ਨੂੰ ਬੈਠਿਆਂ ਨੂੰ। ਨਹੀਂ ਤਾਂ ਇੱਥੇ ਕੋਈ ਪੰਜਾਬ ਦਾ ਮੁੱਖ ਮੰਤਰੀ ਪਹੁੰਚਿਆ, ਹਰਿਆਣੇ ਨੇ ਤਾਂ ਪਹੁੰਚਣੀ ਕੀ ਸੀ, ਉਹ ਤਾਂ ਕਿਉਂਕਿ ਬੀਜੇਪੀ ਦੇ ਨੇ। ਕਿਤੇ ਗੱਲਬਾਤ ਹੋਈ ਆ ਤੁਹਾਡੇ ਤੋਂ ਉੱਚ ਅਧਿਕਾਰੀ ਨੇ ਜਿਹੜੇ ਮਤਲਬ ਤੁਹਾਡੀ ਪਾਰਟੀ ਦੀ ਕਮਾਂਡ ਸਾਂਭ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਹੈ ਕਿਤੇ ਜਾ ਕੇ ਇਹ यूनिवर्सिटी ਨੂੰ ਲੈ ਕੇ? देखिए, यूनिवर्सिटी से सब जुड़े हुए हैं, और सभी साथी, जैसे आज मैं पहुंचा हूं, कल भी हमारे कुछ साथी विधायक पहुंचेंगे, और आगे हमारी सीनियर लीडरशिप भी यहां आपको आपके बीच में दिखाई देगी। ठीक है, क्योंकि ये आज तो हालात ये हैं कि अगर कोई छोटा सा कार्यक्रम भी हमारे यूनिवर्सिटी में होना हो तो वो भी उनका भी वो एक चेक किया जाता है कि क्या वो एक ही विचारधारा के हैं, क्या वो आरएसएस की विचारधारा के हैं, तभी उनको चीफ गेस्ट बुलाया जा सकता है, नहीं तो वो भी नहीं बुलाया जा सकता। ये एक शिक्षण संस्थान है, ये सबके है, सबके लिए है, जिसका जहाँ मन लगेगा वहाँ जाएगा। लेकिन सबको ये बांधना और एक ही रास्ते पर चलाना ये सही नहीं है, जो कि इस समय किया जा रहा है, थोपा जा रहा है। ਹਰਿਆਣੇ ਦੇ ਵਿੱਚ ਤੁਸੀਂ ਸ਼ਾਇਦ ਵਿਰੋਧੀ ਧਿਰ ਚੋਂਗੇ, ਉੱਥੇ ਗੱਲਬਾਤ ਕਰਦੇ ਹੋਗੇ ਉਹਨਾਂ ਨਾਲ, ਮਤਲਬ ਕੋਈ ਬਹਿਸਬਾਜ਼ੀ ਹੁੰਦੀ ਆ ਤੁਹਾਡੀ ਜਦੋਂ ਤੁਸੀਂ ਵਿਧਾਨ ਸਭਾ 'ਚ ਬਹਿੰਦੇ ਹੋ, ਜਾਂ ਕੋਈ ਤੁਹਾਨੂੰ ਲੀਡਰ ਮਿਲਦੇ ਨੇ ਪਾਰਟੀ ਦੇ ਵੀ ਅਸੀਂ ਵੀ ਚੁਣ ਕੇ ਆਏ ਹੋਏ ਹਾਂ, ਸਾਡੀ ਗੱਲ ਵੀ ਸੁਣੋ, ਅਸੀਂ ਲੋਕਾਂ ਦੀ ਗੱਲ ਕਰ ਦਿਆਂਗੇ, ਆਹ ਸਟੂਡੈਂਟ ਤੁਹਾਡੇ ਆਪਣੇ ਬੱਚੇ ਨੇ, ਇਹਨਾਂ ਦੀ ਗੱਲ ਕਦੇ ਕਰੀ ਹੈਗੀ ਵਿਧਾਨ ਸਭਾ 'ਚ ਜਾ ਕੇ? देखिए, मेरा तो अभी सेशन था हमारा हरियाणा विधानसभा का। हमारे स्कूलों में पहली से 5वीं तक शुरू से सालों साल से मुफ्त पुस्तकें मिलती थी। इस बार जो है 1 मई से सेशन शुरू हो गया था, अभी तक पुस्तकें नहीं मिली। तो उसके लिए मैंने ध्यान आकर्षण प्रस्ताव भी लगा रखा था, और मंत्री जी ने माना कि हाँ कमी है, जिसको हम जल्दी दूर करेंगे। लाखों बच्चे अभी तक 3-3.5 महीने हो चुके बिना पुस्तकों के ही पढ़ाई कर रहे हैं, तो क्या पढ़ाई कर रहे होंगे आप समझ सकते हैं। तो यहाँ तो हमेशा प्रयास रहते हैं कि अपनी आवाज़ को, अपने पूरे प्रदेश की आवाज़ को बुलंद किया जाए। ਇੱਕ ਲਾਸਟ ਦੇ ਵਿੱਚ ਸਵਾਲ ਆਗਾ, ਆਖਰੀ ਸਵਾਲ ਆ। ਇੱਥੇ ਵੱਡੇ ਵੱਡੇ ਲੀਡਰ ਆਏ ਨੇ ਪੰਜਾਬ ਦੇ, ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਤੋਂ ਆਏ ਨੇ, ਆਮ ਆਦਮੀ ਪਾਰਟੀ ਤੋਂ ਆਏ ਨੇ, ਜੇ ਗੱਲ ਕਰੀਏ ਤਾਂ ਕਾਂਗਰਸ ਤੋਂ ਵੀ ਆਏ ਨੇ, ਕੁਲਜੀਤ ਸਿੰਘ ਨਾਗਰਾ। ਇੱਕ ਗੱਲ ਪੁੱਛਦੇ ਹਾਂ ਤੁਹਾਨੂੰ, ਤੁਸੀਂ ਸਰੀਰਕ ਤੌਰ ਤੇ ਇਹਨਾਂ ਦੇ ਨਾਲ ਖੜੇ ਹੋ ਸਟੂਡੈਂਟਾਂ ਦੇ, ਕੀ ਆਰਥਿਕ ਤੌਰ ਤੇ ਵੀ ਨਾਲ ਖੜੇ ਹੋ? ਸਟੂਡੈਂਟ ਧਰਨੇ ਲਾਉਣ ਜਾਂ ਪੜ੍ਹਾਈ ਦੇ ਪੈਸੇ ਭਰਨ, ਜਾਂ ਫਿਰ ਇੱਥੇ ਜਿਹੜੇ ਆਉਣ ਜਾਣ ਵਾਲੇ ਨੇ ਉਹਨਾਂ ਦਾ ਚਾਹ ਪਾਣੀ ਦਾ ਪ੍ਰਬੰਧ ਕਰਨ? ਤੁਸੀਂ ਦੱਸੋ ਹੁਣ ਤੁਸੀਂ ਕਿਸ ਵਿਸ਼ੇ ਨਾਲ ਇਹਨਾਂ ਦੇ ਨਾਲ ਖੜੇ ਹੋਗੇ? ਸਰੀਰਕ ਤੌਰ ਤੇ ਤਾਂ ਤੁਸੀਂ ਬੈਠ ਗਏ ਆ ਕੇ, ਕੀ ਆਰਥਿਕ ਤੌਰ ਤੇ ਵੀ ਇਹਨਾਂ ਦੇ ਵਿੱਚ ਬੈਠੋਗੇ ਆ ਕੇ? क्यों नहीं, मैं तो कह रहा हूँ कि मैं भी इस यूनिवर्सिटी में भी पढ़ा, मैं दिल्ली यूनिवर्सिटी में भी पढ़ा, मैं सरकारी स्कूल से मैंने 10वीं करी है, जैसे मैंने बताया, मैंने 16 मॉडल से मैंने 10th करी है। मैं क्या नहीं जानता? ठीक है, मैं आज विधायक बन गया, लेकिन ऐसा तो नहीं है कि कहीं ज़मीन से हम जुड़े हुए नहीं हैं। हम ज़मीन से जुड़े हुए लोग हैं और जुड़ के चलेंगे। ਸੋ ਗੱਲਬਾਤ ਕਰੀ ਹੈਗੀ। ਇਸ ਤੋਂ ਬਾਅਦ ਤੁਹਾਨੂੰ ਇੱਕ ਵਾਰ ਰਜਿੰਦਰ ਇਹ ਤਸਵੀਰਾਂ ਦਿਖਾ ਦੇ, ਜਿਹੜੀਆਂ ਪਿੱਛੇ ਬੈਰੀਗੇਟ ਜਿਉਂ ਦੀ ਤਿਉਂ ਲੱਗੇ ਹੋਏ ਨੇ, ਜਿਹੜੇ ਬੈਰੀਗੇਟ ਨੇ। ਅੱਜ 17 ਦਿਨ ਹੋ ਗਏ ਆ, ਅੱਜ 17 ਦਿਨ ਹੋ ਗਏ ਆ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਡੇਟ ਦਿਓ, ਕਿ ਡੇਟ ਦਿਓ, ਪਰ ਡੇਟ ਹਲੇ ਤੱਕ ਕੋਈ ਮਿਲ ਨਹੀਂ ਰਹੀ। ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਪਾਰਟੀਆਂ ਦੇ, ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਸਲੋਗਨ ਨੇ ਉਹ ਲਿਖੇ ਹੋਏ ਨੇ ਉੱਪਰ। ਪਰ ਜੇ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਵਿੱਚ ਵਿਧਾਇਕ ਆਉਂਦੇ ਨੇ, ਯੂਨੀਵਰਸਿਟੀ ਦੇ ਵਿੱਚ ਜੇ ਗੱਲ ਕਰੀਏ ਤਾਂ ਅਲੱਗ-ਅਲੱਗ ਪਾਰਟੀਆਂ ਤੋਂ ਆ ਕੇ ਬੈਠਦੇ ਨੇ। ਅਤੇ ਅੱਜ ਜਿਹੜੇ ਬਿਆਨ ਆਏ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ, ਤਾਂ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕਰੀ ਆ।
ਤੁਸੀਂ ਦੇਖ ਸਕਦੇ ਹੋ ਸਟੂਡੈਂਟਾਂ ਦਾ ਜਿਹੜਾ ਧਰਨਾ ਗਾ ਉਹ ਜਾਰੀ ਆ। ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਸਟੂਡੈਂਟਾਂ ਦੇ ਨਾਲ ਗੱਲਬਾਤ ਸਾਡੀ ਲਗਾਤਾਰ ਜਾਰੀ ਰਹਿੰਦੀ ਆ। ਤਾਂ ਸਟੂਡੈਂਟਾਂ ਦਾ ਵੀ ਇਹੋ ਹੀ ਕਹਿਣਾ ਹੁੰਦਾ ਕਿ ਅਸੀਂ ਡੇਟ ਲੈ ਕੇ ਉੱਠਾਂਗੇ ਇੱਥੋਂ। ਅਸੀਂ ਇਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਤਾਂ ਧਰਨੇ ਨੂੰ ਅੱਜ ਪੂਰੇ 17 ਦਿਨ ਹੋ ਗਏ ਆ। ਅਰੁਣ ਚੌਧਰੀ ਪਹੁੰਚੇ ਨੇ ਅੱਜ, ਜਿਹੜੇ ਕਿ ਹਰਿਆਣਾ ਦੇ ਵਿੱਚ MLA ਨੇ। ਉਹਨਾਂ ਦਾ ਕਹਿਣਾ ਗਾ ਕਿ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ ਹਾਂ, ਜੇਕਰ ਸਟੂਡੈਂਟਾਂ ਨੂੰ ਤਰੀਕ ਨਹੀਂ ਮਿਲਦੀ ਤਾਂ ਅਸੀਂ ਵੀ ਇਹਨਾਂ ਦੇ ਵਿੱਚ ਖੜਾਂਗੇ। ਸਰੀਰਕ ਤੌਰ ਤੇ ਨਾਲ ਆ ਤੇ ਆਰਥਿਕ ਤੌਰ ਤੇ ਵੀ ਅਸੀਂ ਪੂਰੀ ਮਦਦ ਕਰਾਂਗੇ। ਸੋ ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।